सत श्री अकाल, एक बार फिर तो ਤੁਹਾਡਾ स्वागत है। गौरव शुक्ला मैं ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਦੋ ਤਸਵੀਰਾਂ ਦੇ ਨਾਲ ਕਰਨ ਜਾ ਰਹੇ ਹਾਂ। ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਧਰਨੇ ਪ੍ਰਦਰਸ਼ਨ ਦਾ ਦਿਨ ਹੈ, ਮਾਰਚ ਕੱਢਿਆ ਜਾ ਰਿਹਾ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਚੰਡੀਗੜ੍ਹ ਤੱਕ, ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ 1 ਅਕਤੂਬਰ ਦੇ ਦਿਨ ਨੂੰ ਚੁਣਿਆ ਗਿਆ ਅਣਮਿੱਥੇ ਸਮੇਂ ਦੇ ਲਈ ਰੇਲ ਰੋਕੋ ਅੰਦੋਲਨ ਅੱਜ ਤੋਂ ਸ਼ੁਰੂਆਤ ਉਸ ਦੀ ਕਰ ਦਿੱਤੀ ਗਈ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਭਰ ਦੀਆਂ 31 ਕਿਸਾਨ ਜਥੇਬੰਦੀਆਂ ਅੱਜ ਤੋਂ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕਰ ਚੁੱਕੀਆਂ ਨੇ। ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰੇਲਵੇ ਟਰੈਕਸ ਨੂੰ ਜਾਮ ਕੀਤਾ ਗਿਆ ਹੈ ਤੇ ਟ੍ਰੇਨ ਆਵਾਜਾਈ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਜਿਹੜੀ ਬਾਧਤ ਹੋਈ ਹੈ। ਇਸ ਸਮੇਂ ਕੋਈ ਟ੍ਰੇਨ ਲਾਜ਼ਮੀ ਤੌਰ ਤੇ ਨਹੀਂ ਜਾ ਪਾਏਗੀ। ਖਾਸ ਤੌਰ ਤੇ ਜਿਹੜੇ ਮੇਨ ਰੂਟਸ ਨੇ ਉਹਨਾਂ ਨੂੰ ਜਾਮ ਕਰ ਦਿੱਤਾ ਗਿਆ ਹੈ। ਰਾਜਪੁਰਾ, ਖੰਨਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵੱਖ-ਵੱਖ ਥਾਵਾਂ ਦੇ ਉੱਤੇ ਇਸ ਸਮੇਂ ਜਿਹੜੇ ਰੇਲਵੇ ਟਰੈਕਸ ਨੂੰ ਜਾਮ ਕੀਤਾ ਗਿਆ ਤੇ ਕਿਸਾਨਾਂ ਦੀ ਮੰਗ ਇੱਕੋ ਕਿ ਇਸ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ, ਕਿਉਂਕਿ ਕਿਸਾਨ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਤੱਕ ਕਰਾਰ ਦੇ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਏਗੀ। ਬੀਜੇਪੀ ਆਪਣੀ ਤਰਕ ਦੇ ਰਹੀ ਹੈ ਕਿ ਇਹ ਕਿਸਾਨਾਂ ਦੇ ਹਿਤੈਸ਼ੀ ਹੈ। ਦੂਜੀ ਤਸਵੀਰ ਜਿਹੜੀ ਅਕਾਲੀ ਦਲ ਦੀ ਹੈ, ਅਕਾਲੀ ਦਲ ਬੀਜੇਪੀ ਦਾ ਪੁਰਾਣਾ ਭਾਈਵਾਲ ਕੁਝ ਦਿਨ ਪਹਿਲਾਂ ਹੀ ਵੱਖ ਹੋਇਆ ਹੈ, ਪਰ ਹੁਣ ਬੀਜੇਪੀ ਦੇ ਉੱਤੇ ਹਮਲਾਵਰ ਹੈ ਤੇ ਇੱਕ ਇੱਕ ਕਰਕੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਕਿ ਤੁਸੀਂ ਜਿਹੜਾ ਬਿੱਲ ਪਾਸ ਕੀਤਾ ਉਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਹੈ, ਕਿਸਾਨਾਂ ਦੇ ਖਿਲਾਫ ਹੈ। ਤੇ ਮੰਗਾਂ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਹੁਣ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਅਕਾਲੀ ਦਲ ਅੱਜ ਮਾਰਚ ਕੱਢ ਰਿਹਾ। 3 ਵੱਖ-ਵੱਖ ਥਾਵਾਂ ਤੋਂ ਮਾਰਚ ਕੱਢੇ ਜਾ ਰਹੇ ਨੇ। ਪੰਜਾਬ ਦੇ ਤਿੰਨੋਂ ਤਖਤ ਸਾਹਿਬਾਨਾਂ ਤੋਂ ਇਹਨਾਂ ਮਾਰਚ ਦੀ ਸ਼ੁਰੂਆਤ ਕੀਤੀ ਗਈ ਹੈ। ਤਲਵੰਡੀ ਸਾਬੋ ਤੋਂ ਹਰਸਿਮਰਤ ਕੌਰ ਬਾਦਲ ਨੇ ਮੋਰਚਾ ਸੰਭਾਲਿਆ, ਜਦਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਮੋਰਚਾ ਸੰਭਾਲਿਆ ਗਿਆ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਚੀਮਾ ਨੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੋਰਚਾ ਸੰਭਾਲ ਰਹੇ ਨੇ। ਜੋ ਮਾਰਚ ਦੀ ਸ਼ੁਰੂਆਤ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਤੋਂ, ਅੰਮ੍ਰਿਤਸਰ ਤੋਂ, ਤਾਂ ਇਹ ਤਿੰਨੋਂ ਮਾਰਚ ਜਿਹੜੇ ਚੰਡੀਗੜ੍ਹ ਦੇ ਵਿੱਚ ਪਹੁੰਚਣਗੇ ਵੱਖ-ਵੱਖ ਥਾਵਾਂ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਤੋਂ ਜਿਹੜਾ ਮਾਰਚ ਦੀ ਸ਼ੁਰੂਆਤ ਹੋਈ ਹੈ, ਰੋਪੜ ਆ ਕੇ ਇਕੱਠੇ ਹੋ ਜਾਣਗੇ ਤੇ ਉਸ ਤੋਂ ਬਾਅਦ ਨਿਊ ਚੰਡੀਗੜ੍ਹ ਵਾਲੇ ਪਾਸੇ ਤੋਂ ਚੰਡੀਗੜ੍ਹ ਦੇ ਵਿੱਚ ਐਂਟਰੀ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਉੱਥੇ ਵੀ ਬੈਰੀਕੇਡਿੰਗਸ ਕੀਤੀ ਗਈ ਹੈ, ਉੱਥੇ ਵੀ ਇਹ ਸਾਫ਼ ਕੀਤਾ ਗਿਆ ਹੈ ਕਿ ਅਸੀਂ ਵੜਨ ਨਹੀਂ ਦੇਵਾਂਗੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਬਾਹਰ ਰਹਿ ਕੇ ਪਿੱਛੇ ਰਹਿ ਕੇ ਜੋ ਮਰਜ਼ੀ ਕਰਦੇ ਰਹੋ, ਪਰ ਅੰਦਰ ਆ ਕੇ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਤਾਂ 3 ਮਾਰਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਤੋਂ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਮਾਰਚ ਅੱਗੇ ਵਧ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੀ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 3 ਥਾਵਾਂ ਤੋਂ ਅਕਾਲੀ ਦਲ ਦੇ ਵੱਲੋਂ ਇਹ ਮਾਰਚ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਵੱਖ-ਵੱਖ ਥਾਵਾਂ ਤੋਂ ਅੱਗੇ ਵਧ ਰਹੇ ਨੇ। ਹਰਸਿਮਰਤ ਕੌਰ ਬਾਦਲ ਜੋ ਕਿ ਮੋਰਚਾ ਉਹਨਾਂ ਨੇ ਤਲਵੰਡੀ ਸਾਬੋ ਤੋਂ ਸੰਭਾਲਿਆ, ਤਲਵੰਡੀ ਸਾਬੋ ਤੋਂ ਵਧ ਰਹੇ ਨੇ ਅੱਗੇ। ਤੇ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਸਿੱਧੀਆਂ ਤਸਵੀਰਾਂ, ਜੋ ਕਿ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਇਸ ਸਮੇਂ ਚੰਡੀਗੜ੍ਹ ਦੇ ਵੱਲ ਵਧ ਰਿਹਾ ਹੈ। ਤੇ ਤੀਜੀ ਤਸਵੀਰ ਤੁਹਾਨੂੰ ਅਨੰਦਪੁਰ ਸਾਹਿਬ ਤੋਂ ਜਿਹੜੇ ਕਾਫਲੇ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦੀ ਵੀ ਦਿਖਾ ਰਹੇ ਹਾਂ। ਇਹ ਵੱਖ-ਵੱਖ ਤਸਵੀਰਾਂ ਤਲਵੰਡੀ ਸਾਬੋ ਤੋਂ ਜੋ ਮਾਰਚ ਸ਼ੁਰੂ ਹੋਇਆ, ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੁੰਦੜ, ਤਸਵੀਰਾਂ ਤੋਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਵੀ ਤੁਹਾਨੂੰ ਦੱਸ ਦਈਏ ਕਿ ਜੋ ਅਕਾਲ ਤਖਤ ਸਾਹਿਬ ਤੋਂ ਮਾਰਚ ਸ਼ੁਰੂ ਹੋਇਆ, ਬਿਆਸ ਪਹੁੰਚ ਚੁੱਕਿਆ। ਅੰਮ੍ਰਿਤਸਰ ਤੋਂ ਜਿਸ ਦੀ ਸ਼ੁਰੂਆਤ ਕੀਤੀ ਗਈ, ਬਿਆਸ ਪਹੁੰਚ ਚੁੱਕਿਆ ਹੈ। ਸਿੱਧਾ ਰੁਕ ਕਰਦੇ ਹਾਂ ਬਿਆਸ ਤੋਂ। ਇਸ ਸਮੇਂ ਸਾਡੇ ਨਾਲ ਮੇਰੇ ਸਹਿਯੋਗੀ ਜੁੜ ਰਹੇ ਨੇ, ਰਾਜੀਵ ਸ਼ਰਮਾ। ਰਾਜੀਵ, ਜਾਣਨਾ ਚਾਹਾਂਗੇ ਇਸ ਸਮੇਂ ਤੁਸੀਂ ਕੀ ਕੁਝ ਦੇਖ ਪਾ ਰਹੇ ਹੋ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਅਕਾਲੀ ਦਲ ਦੇ ਵੱਲੋਂ, ਸੁਖਬੀਰ ਸਿੰਘ ਬਾਦਲ ਜਿਸ ਦੀ ਅਗਵਾਈ ਕਰ ਰਹੇ ਨੇ, ਕੀ ਕੁਝ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਰਾਜੀਵ? ਜੀ ਦੇਖੋ ਗੌਰਵ, ਇਹ ਜਿਹੜਾ ਮਾਰਚ ਹੈ ਇਹ ਕੁਝ ਦੇਰ ਪਹਿਲਾਂ ਬਿਆਸ ਪੁਲ ਕ੍ਰਾਸ ਕਰਕੇ ਹੁਣ ਜਲੰਧਰ ਵਾਲੇ ਪਾਸੇ ਜਾ ਰਿਹਾ। ਤਾਂ ਜਦੋਂ ਭੰਡਾਰੀ ਪੁਲ ਤੋਂ ਇਸ ਮਾਰਚ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਸੈਂਕੜੇ ਗੱਡੀਆਂ ਜਿਹੜੀਆਂ ਉੱਥੇ ਦਿਖਾਈ ਦੇ ਰਹੀਆਂ ਸੀ, ਪਰ ਜਿਸ ਤਰ੍ਹਾਂ ਮੈਂ ਲਗਾਤਾਰ ਜਾਣਕਾਰੀ ਦੇ ਰਿਹਾ ਕਿ ਜਿੱਦਾਂ ਇਹ ਮਾਰਚ ਅੱਗੇ ਵਧ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਕਸਬੇ ਦੇ ਵਿੱਚ ਔਰ ਹਰ ਜਦੋਂ ਵਿਧਾਨ ਸਭਾ ਹਲਕਾ ਬਦਲਦਾ ਤਾਂ ਉੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਫਿਰ ਜਿਹੜੇ ਸਾਬਕਾ ਵਿਧਾਇਕ ਨੇ ਤਾਂ ਉਹਨਾਂ ਵੱਲੋਂ ਆਪਣੇ ਪੱਧਰ ਤੇ ਜੋ ਹੈ ਇੱਕ ਵੱਡਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਹਾਈਵੇ ਦੇ ਉੱਪਰ ਸਿਰਫ ਤੇ ਸਿਰਫ ਅਕਾਲੀ ਵਰਕਰਾਂ ਦੀਆਂ, ਅਕਾਲੀ ਲੀਡਰਾਂ ਦੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ। ਔਰ ਇਸ ਦੇ ਨਾਲ ਜਿੱਥੇ ਆਮ ਜਨਤਾ ਨੂੰ ਵੀ ਪਰੇਸ਼ਾਨ ਹੋਣਾ ਪੈ ਰਿਹਾ, ਕਿਉਂਕਿ ਕਰੀਬ ਜਿਹੜਾ 40 ਕਿਲੋਮੀਟਰ ਦਾ ਸਫ਼ਰ ਸੀ ਉਹ ਲਗਭਗ 4 ਘੰਟਿਆਂ ਦੇ ਵਿੱਚ ਇਸ ਮਾਰਚ ਵੱਲੋਂ ਤੈਅ ਕੀਤਾ ਗਿਆ। ਔਰ 8:30 ਤੋਂ 9 ਵਜੇ ਦੇ ਦਰਮਿਆਨ ਇਹ ਮਾਰਚ ਜਿਹੜਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਰਵਾਨਾ ਹੋਇਆ ਸੀ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰ, ਜਾਂ ਤਾਂ ਸੜਕ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਿਕਿਉਰਿਟੀ ਦੇ ਵਿੱਚ ਤੈਨਾਤ ਪੁਲਿਸ ਕਰਮੀ ਨੇ, ਜਾਂ ਤਾਂ ਉਹਨਾਂ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ, ਜਾਂ ਫਿਰ ਜੋ ਅਕਾਲੀ ਵਰਕਰ ਨੇ ਉਹਨਾਂ ਦੀਆਂ ਹੀ ਗੱਡੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਤਾਂ ਇਸ ਵੇਲੇ
ਇਹ ਮਾਰਚ ਹੁਣ ਕਰਤਾਰਪੁਰ ਵਾਲੇ ਪਾਸੇ ਵੱਧ ਰਿਹਾ ਹੈ ਔਰ ਉਸ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਇਹ ਮਾਰਚ ਦਾਖਲ ਹੋਏਗਾ ਤਾਂ ਉੱਥੇ ਵੀ ਕਿਹਾ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਜਿਹੜੇ ਨੇ ਉਹ ਇਸ ਮਾਰਚ ਦਾ ਹਿੱਸਾ ਬਣਨਗੇ। ਤਾਂ ਜਦੋਂ ਮੈਂ ਸੁਖਬੀਰ ਬਾਦਲ ਦੇ ਨਾਲ ਗੱਲ ਕੀਤੀ ਸੀ ਕਿ ਆਖਿਰਕਾਰ ਤਿੰਨਾਂ ਤਖਤਾਂ ਤੋਂ ਇਹ ਮਾਰਚ ਸ਼ੁਰੂ ਕਰਨ ਦਾ ਮਕਸਦ ਕੀ ਹੈ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਵੀ ਕੋਈ ਵੱਡਾ ਜਾਂ ਕੋਈ ਨੇਕ ਕੰਮ ਕਰਨਾ ਹੁੰਦਾ ਤਾਂ ਗੁਰੂ ਘਰ ਤੋਂ ਸ਼ੁਰੂਆਤ ਉਸ ਦੀ ਕੀਤੀ ਜਾਂਦੀ ਹੈ, ਤਾਂ ਇਹੀ ਮਕਸਦ ਹੈ। ਪਰ ਇਸ ਦੇ ਨਾਲ ਹੀ ਉਹਨਾਂ ਨੇ ਜਦੋਂ ਮੈਂ ਸਵਾਲ ਕੀਤਾ ਕਿ ਕੀ ਤੁਹਾਡਾ ਇਹ ਜਿਹੜਾ ਮਾਰਚ ਹੈ, ਜਿਹੜੀ ਤੁਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹੋ, ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਹੋ, ਤਾਂ ਕੀ ਅੱਜ ਦਾ ਇਹ ਮਾਰਚ ਹੀ ਸਿਰਫ ਕਿਸਾਨਾਂ ਦੇ ਹੱਕ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿੱਤ ਹਾਸਲ ਹੋਏਗੀ, ਜਾਂ ਜਿਹੜੇ ਬਿੱਲ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਤਾਂ ਤੁਸੀਂ ਉਹਨਾਂ ਨੂੰ ਵਾਪਸ ਕਰਵਾਉਣ ਦੇ ਲਈ ਇਹ ਸਭ ਕੁਝ ਕਰ ਰਹੇ ਹੋ? ਤਾਂ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਅਸੀਂ ਜਲਦੀ ਪਾਰਟੀ ਦੀ ਮੀਟਿੰਗ ਬੁਲਾਵਾਂਗੇ ਔਰ ਅਗਲੀ ਰਣਨੀਤੀ ਦਾ ਜਿਹੜਾ ਐਲਾਨ ਹੈ ਉਹ ਵੀ ਕਰਾਂਗੇ। ਤਾਂ ਤਸਵੀਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਹਾਈਵੇ ਦੇ ਉੱਪਰ ਇੱਕ ਪਾਸੇ ਜਿਹੜਾ ਰਸਤਾ ਜਲੰਧਰ ਵਾਲੇ ਪਾਸੇ ਜਾ ਰਿਹਾ, ਉੱਥੇ ਵੱਡਾ ਕਾਫਲਾ ਸੁਖਬੀਰ ਸਿੰਘ ਬਾਦਲ ਦਾ ਇਸ ਵੇਲੇ ਦਿਖਾਈ ਦੇ ਰਿਹਾ ਹੈ। ਔਰ ਸੁਖਬੀਰ ਬਾਦਲ ਦਾ ਕਿਉਂਕਿ ਪਾਰਟੀ ਪ੍ਰਧਾਨ ਨੇ ਔਰ ਅੰਮ੍ਰਿਤਸਰ ਦੇ ਵਿੱਚੋਂ ਜੋ ਸਭ ਤੋਂ ਸਰਵਉੱਚ ਤਖਤ ਹੈ ਸਿੱਖਾਂ ਦਾ, ਸ੍ਰੀ ਅਕਾਲ ਤਖਤ ਸਾਹਿਬ, ਤਾਂ ਉੱਥੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਔਰ ਮਾਝੇ ਦੇ ਵਿੱਚ ਵਿਕਰਮ ਮਜੀਠੀਆ ਦੀ ਚੰਗੀ ਪਕੜ ਹੈ। ਤਾਂ ਇੱਥੇ ਇੱਕ ਇਹ ਵੀ ਤਸਵੀਰ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ, ਅਕਾਲੀ ਦਲ ਦੇ ਜਿਹੜੇ ਵਿਰੋਧੀ ਨੇ ਉਹ ਇਹ ਗੱਲ ਕਹਿ ਰਹੇ ਨੇ, ਔਰ ਭਾਵੇਂ ਜਿਹੜੇ ਕਿਸਾਨ ਧਰਨਿਆਂ ਤੇ ਨੇ ਉਹਨਾਂ ਦੀ ਵੀ ਇਹੀ ਕਹਿਣਾ ਹੈ ਕਿ ਅਕਾਲੀ ਦਲ ਜੋ ਹੈ 2022 ਦੇ ਲਈ ਇੱਕ ਜਿਹੜੀ ਜ਼ਮੀਨ ਤਰਾਸ਼ਣ ਦੀ ਕੋਸ਼ਿਸ਼ ਕਰ ਰਿਹਾ, ਪਰ ਦੂਸਰੇ ਪਾਸੇ ਜਿਹੜੇ ਵਰਕਰ ਵੱਡੀ ਗਿਣਤੀ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ ਕਿਉਂਕਿ ਹਰ ਵਰਕਰ ਜਿਹੜਾ ਹਰ ਹਲਕੇ ਦੇ ਵਿੱਚ ਉਸ ਨੂੰ ਪਤਾ ਹੈ ਕਿ ਹੁਣ 2022 ਦੇ ਵਿੱਚ ਜੇਕਰ ਬੀਜੇਪੀ ਤੋਂ ਵੱਖ ਹੋ ਕੇ ਪਾਰਟੀ ਚੋਣ ਲੜਦੀ ਹੈ ਤਾਂ 117 ਸੀਟਾਂ ਤੇ ਹੀ ਉਮੀਦਵਾਰ ਜਿਹੜੇ ਨੇ ਉਹ ਪਾਰਟੀ ਵੱਲੋਂ ਉਤਾਰੇ ਜਾਣੇ ਨੇ। ਤਾਂ ਹਰ ਕੋਈ ਆਪਣਾ ਸਿਆਸੀ ਲਾਹਾ ਲੈਣ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕਰਦਾ ਦਿਖਾਈ ਦੇ ਰਿਹਾ। ਇੱਕ ਵਾਰ ਤਸਵੀਰ ਫਿਰ ਤੁਸੀਂ ਦੇਖੋ ਕਿ ਅਕਾਲੀ ਵਰਕਰ ਹੱਥ ਦੇ ਵਿੱਚ ਉਹਨਾਂ ਦੇ ਜੋ ਆਪਣੀ ਪਾਰਟੀ ਦੇ ਝੰਡੇ ਨੇ ਔਰ ਜਿਹੜੇ ਗੱਡੀਆਂ ਦੇ ਉੱਪਰ ਸਟicker ਲਗਾਏ ਗਏ ਨੇ ਜਾਂ ਜਿਹੜੀਆਂ ਤਖਤੀਆਂ ਨੇ ਉਸ ਦੇ ਉੱਪਰ ਅਕਾਲੀ ਦਲ ਇੱਕੋ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕੋ ਨਾਰਾ ਕਿਸਾਨ ਪਿਆਰਾ। ਹਾਲਾਂਕਿ ਇਹ ਜਿਹੜੇ ਅਕਾਲੀ ਦਲ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਅਕਾਲੀ ਦਲ ਹੀ ਕਿਸਾਨਾਂ ਦੀ ਪਾਰਟੀ ਹੈ, ਤਾਂ ਇਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਜਿਹੜੇ ਸਾਥੀ ਰਹੇ ਨੇ ਲੰਮਾ ਸਮਾਂ ਉਹ ਵੀ ਤਿੱਖੀ ਬਿਆਨਬਾਜ਼ੀ ਕਰ ਰਹੇ ਨੇ, ਉਹ ਵੀ ਅਕਾਲੀ ਦਲ ਨੂੰ ਗਲਤ ਦੱਸ ਰਹੇ ਨੇ। ਪਰ ਅਕਾਲੀ ਦਲ ਅੱਜ 3 ਥਾਵਾਂ ਤੋਂ ਮਾਰਚ ਕੱਢ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਸ਼ੁਰੂ ਤੋਂ ਰਿਹਾ ਹੈ ਔਰ ਅੱਜ ਵੀ ਹੈ। ਤਾਂ ਇਹ ਤਸਵੀਰ ਇਸ ਵੇਲੇ ਕਰਤਾਰਪੁਰ ਦੇ ਨੇੜੇ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਮਾਰਚ ਦੇ ਵਿੱਚ ਨਜ਼ਰ ਆ ਰਹੀਆਂ ਨੇ। ਠੀਕ ਹੈ। ਤਾਂ ਰਾਜੀਵ ਲਗਾਤਾਰ ਤਸਵੀਰਾਂ ਸਾਡੇ ਤੱਕ ਪਹੁੰਚਾ ਰਹੇ ਨੇ, ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਅੱਜ ਇਸ ਸਮੇਂ ਕੀ ਕੁਝ ਮਾਹੌਲ ਨਜ਼ਰ ਆ ਰਿਹਾ। ਤਾਂ ਜਿਵੇਂ ਰਾਜੀਵ ਨੇ ਦੱਸਿਆ ਕਿ ਇਹ ਕਾਫਿਲਾ ਅੱਗੇ ਵੱਧ ਰਿਹਾ ਬਿਆਸ ਦਾ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਸਵੀਰਾਂ ਪਹੁੰਚੀਆਂ ਨੇ, ਉੱਥੇ ਪੂਰਾ ਕਾਫਿਲਾ ਪਹੁੰਚਿਆ ਤੇ ਇਸੇ ਤਰੀਕੇ ਨਾਲ ਰੋਪੜ ਜਾਏਗਾ। ਰੋਪੜ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਜਿਹੜਾ ਕਾਫਿਲਾ ਆਏਗਾ ਉੱਥੇ ਇਹ ਮਿਲਣਗੇ ਦੋਵੇਂ ਕਾਫਿਲੇ ਤੇ ਉਸ ਤੋਂ ਬਾਅਦ ਅੱਗੇ ਚੰਡੀਗੜ੍ਹ ਦੇ ਵੱਲ ਰੁਖ ਕਰਨਗੇ। ਮੈਂ ਰਾਜੀਵ ਦਾ ਰੁਖ ਕਰਾਂਗਾ, ਪਰ ਜਿਵੇਂ ਮੈਂ ਸਵੇਰ ਤੋਂ ਜ਼ਿਕਰ ਕਰ ਰਿਹਾ ਕਿ ਇੱਕ ਪੁਆਇੰਟ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਦੇਖੋ, ਇੱਕ ਕੰਟਰੈਕਟ ਖੇਤੀਬਾੜੀ ਕੰਟਰੈਕਟ ਐਗਰੀਮੈਂਟ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਨਵੇਂ ਬਿੱਲਾਂ ਦੇ ਵਿੱਚ, ਯਾਨੀ ਕਿ ਕੋਈ ਖੇਤੀਬਾੜੀ ਦੇ ਲਈ ਆਏਗਾ, ਕੋਈ ਪ੍ਰਾਈਵੇਟ ਪਲੇਅਰ ਆ ਕੇ ਕਿਸਾਨ ਦੇ ਨਾਲ ਗੱਲਬਾਤ ਕਰੇਗਾ ਕਿ ਤੁਸੀਂ ਆਪਣੀ ਫਸਲ ਇਹ ਵਾਲੀ ਫਸਲ ਉਗਾਓ, ਅਸੀਂ ਤੁਹਾਡੇ ਤੋਂ ਖਰੀਦਾਂਗੇ ਤੇ ਇਹ ਪੂਰਾ ਕੰਟਰੈਕਟ ਹੋਏਗਾ ਕਿਸਾਨ ਦੇ ਨਾਲ ਤੇ ਫਸਲ ਦਾ ਪੂਰਾ ਕੰਟਰੈਕਟ ਹੋਏਗਾ ਤੇ ਉਸ ਕੰਟਰੈਕਟਰ ਨੂੰ ਇਹ ਫਸਲ ਖਰੀਦਣੀ ਹੀ ਹੋਵੇਗੀ, ਪੂਰਾ ਜੋ ਕੰਟਰੈਕਟ ਹੋਏਗਾ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇਕਰ ਕੰਟਰੈਕਟਰ ਅਤੇ ਖੇਤੀਬਾੜੀ ਕਰ ਰਹੇ ਕਿਸਾਨ ਦੇ ਵਿਚਾਲੇ ਕੋਈ ਵਿਵਾਦ ਹੁੰਦਾ ਹੈ ਤਾਂ ਉਹ SDM ਜਾਂ DC ਤੱਕ ਅਪਰੋਚ ਕਰ ਸਕਦਾ ਹੈ ਤੇ ਇਸ ਤੋਂ ਉੱਤੇ ਅਦਾਲਤ 'ਚ ਨਹੀਂ ਜਾ ਸਕਦਾ। ਹੁਣ ਕਿਸਾਨਾਂ ਦੇ ਕੀ ਖਦਸ਼ੇ ਨੇ? ਕਿਸਾਨਾਂ ਦੇ ਖਦਸ਼ਿਆਂ ਦੇ ਵਿੱਚ ਪਹਿਲੇ ਇਹ ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜਾ ਪਹਿਲਾ ਖਦਸ਼ਾ ਹੈ
ਉਹ ਕਿਸਾਨਾਂ ਦਾ ਇਹੀ ਹੈ ਕਿ ਜੇਕਰ ਕੋਈ ਆ ਕੇ ਸਾਡੇ ਨਾਲ ਗੱਲਬਾਤ ਕਰਦਾ ਹੈ ਪਰ 3 ਮਹੀਨੇ ਬਾਅਦ ਉਹ ਸਾਨੂੰ ਕਹਿੰਦਾ ਕਿ ਜਿਹੜੀ ਫਸਲ ਤੁਸੀਂ ਉਗਾ ਰਹੇ ਹੋ ਉਹ ਕੁਆਲਿਟੀ ਠੀਕ ਨਹੀਂ, ਤਾਂ ਫਿਰ ਅਸੀਂ ਕੀ ਕਰਾਂਗੇ। 2 ਮਹੀਨੇ ਬਾਅਦ ਜੇਕਰ ਕੋਈ ਆ ਕੇ ਕਹਿਣ ਲੱਗ ਜਾਵੇ ਕਿ ਤੁਹਾਡੀ ਫਸਲ ਠੀਕ ਨਹੀਂ ਜਾਂ ਤੁਸੀਂ ਬੀਜ ਵਧੀਆ ਨਹੀਂ ਵਰਤਿਆ, ਤਾਂ ਫਿਰ ਕਿਸਾਨ ਆਪਣੀ ਫਸਲ ਨੂੰ ਕਿੱਥੇ ਵੇਚਣਗੇ, ਇੱਕ ਵੱਡਾ ਸਵਾਲ ਹੈ। ਤੇ ਦੂਜਾ ਇਹ ਵੀ ਹੈ ਜੋ ਕਿਸਾਨ ਜਥੇਬੰਦੀਆਂ ਵੀ ਖਦਸ਼ੇ ਜਤਾ ਰਹੀਆਂ ਨੇ ਕਿ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਜਿਹੜੇ ਪ੍ਰਾਈਵੇਟ ਪਲੇਅਰਸ ਆਣਗੇ, ਤਾਂ ਇਹ ਵੀ ਇੱਕ ਖਦਸ਼ਾ ਜਤਾਇਆ ਜਾ ਰਿਹਾ। ਤੇ ਉਸ ਤੋਂ ਬਾਅਦ ਕਿਸਾਨਾਂ ਦਾ ਖਦਸ਼ਾ ਇਹ ਵੀ ਹੈ ਕਿ ਜਿਹੜੇ ਵੱਡੇ ਕਾਰਪੋਰੇਟ ਹੋਣਗੇ ਜਿਨ੍ਹਾਂ ਦੇ ਨਾਲ ਕੰਟਰੈਕਟ ਫਾਰਮਿੰਗ ਹੋਏਗੀ, ਕੰਟਰੈਕਟ ਕਰਨਗੇ ਕਿਸਾਨ, ਉਹ ਡੀਸੀ ਜਾਂ ਐਸਡੀਐਮ ਤੱਕ ਸਿੱਧਾ ਅਪਰੋਚ ਕਰ ਸਕਦੇ ਨੇ, ਤਾਂ ਇਸ ਕਰਕੇ ਉਹਨਾਂ ਦੀ ਤਾਂ ਸੁਣੀ ਹੀ ਨਹੀਂ ਜਾਏਗੀ, ਯਾਨੀ ਕਿਸਾਨਾਂ ਦੀ ਸੁਣੀ ਨਹੀਂ ਜਾਏਗੀ ਤੇ ਉਹਨਾਂ ਨੂੰ ਉੱਥੋਂ ਇਨਸਾਫ ਮਿਲਣ ਦੀ ਉਮੀਦ ਘੱਟ ਹੈ, ਕਿਉਂਕਿ ਅਦਾਲਤ ਤੁਸੀਂ ਜਾ ਨਹੀਂ ਸਕਦੇ। ਹੁਣ ਸਰਕਾਰ ਕੀ ਤਰਕ ਦੇ ਰਹੀ ਹੈ? ਸਰਕਾਰ ਤਰਕ ਦੇ ਰਹੀ ਹੈ ਕਿ ਪਹਿਲੀ ਗੱਲ ਤਾਂ ਇਹ ਸਿਰਫ ਤੁਹਾਡੀ ਫਸਲ ਦੇ ਉੱਤੇ ਹੀ ਕੰਟਰੈਕਟ ਹੋਏਗਾ, ਤੁਹਾਡੀ ਜ਼ਮੀਨ ਦਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੂਜਾ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ 3 ਮਹੀਨੇ ਬਾਅਦ ਆ ਕੇ ਫਸਲ ਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਫਸਲ ਕਿਸ ਤਰੀਕੇ ਨਾਲ ਗਰੋ ਕੀਤੀ ਜਾ ਰਹੀ ਹੈ ਜਾਂ ਕਿਆ ਬੀਜ ਜਾਂ ਖਾਦ ਪਾਏ ਜਾ ਰਹੇ ਨੇ, ਤਾਂ ਉਹ ਥਰਡ ਪਾਰਟੀ ਦੇ ਵੱਲੋਂ ਪੂਰੀ ਇਨਸਪੈਕਸ਼ਨ ਹੋਏਗੀ, ਯਾਨੀ ਕਿ ਉਸ ਦੇ ਵਿੱਚ ਕਿਸਾਨ ਵੀ ਹੋਣਗੇ, ਦੂਜੀ ਧਿਰ ਦੇ ਲੋਕ ਵੀ ਹੋਣਗੇ, ਉਹਨਾਂ ਦੇ ਵੱਲੋਂ ਪੂਰੀ ਫਸਲ ਦੀ ਚੈਕਿੰਗ ਕੀਤੀ ਜਾਏਗੀ ਕਿ ਠੀਕ ਹੈ ਤੁਹਾਡੀ ਫਸਲ ਜਾਂ ਠੀਕ ਨਹੀਂ ਹੈ। ਤਾਂ ਸਰਕਾਰ ਦਾ ਤਰਕ ਹੈ ਕਿ ਉਹ ਵੀ ਬਿਲਕੁਲ ਪਾਰਦਰਸ਼ੀ ਹੋਏਗਾ। ਤੇ ਉਸ ਤੋਂ ਬਾਅਦ ਡੀਸੀ ਜਾਂ ਐਸਡੀਐਮ ਵਾਲਾ ਜਿਹੜਾ ਇੱਕ ਪੂਰਾ ਕਲੌਜ਼ ਇਸ ਸਭ ਦੇ ਵਿਚਾਲੇ ਹੈ, ਸਰਕਾਰ ਕਹਿ ਰਹੀ ਹੈ ਕਿ ਐਸਡੀਐਮ ਖੁਦ ਨਹੀਂ ਕਰਨਗੇ ਬਲਕਿ ਇੱਕ ਬੋਰਡ ਬਣਾ ਦਿੱਤਾ ਜਾਏਗਾ ਜਿਸ ਦੇ ਵਿੱਚ ਕਿਸਾਨ ਆਗੂ ਵੀ ਹੋਣਗੇ ਤੇ ਦੂਜੇ ਆਗੂ ਵੀ ਹੋਣਗੇ ਤੇ ਦੋਵਾਂ ਦੇ ਵੱਲੋਂ ਇਸ ਪੂਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਉਸ ਤੋਂ ਬਾਅਦ ਐਸਡੀਐਮ ਆਪਣਾ ਫੈਸਲਾ ਸੁਣਾਉਣਗੇ। ਜੇਕਰ ਐਸਡੀਐਮ ਦੇ ਫੈਸਲੇ ਤੋਂ ਕਿਸਾਨ ਜਾਂ ਦੂਜੀ ਪਾਰਟੀ ਸੰਤੁਸ਼ਟ ਨਜ਼ਰ ਨਹੀਂ ਆਉਂਦੀ ਤਾਂ ਉਹ ਡੀਸੀ ਦੇ ਕੋਲ ਅਪਰੋਚ ਕਰ ਸਕਦੇ ਨੇ ਤੇ ਡੀਸੀ ਵੀ ਇਸ ਤਰੀਕੇ ਨਾਲ ਹੀ ਇੱਕ ਬੋਰਡ ਬਣਾਉਣਗੇ। ਹਾਲਾਂਕਿ ਇਹ ਵੀ ਬੀਜੇਪੀ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਕਲੌਜ਼ਸ ਦੇ ਵਿੱਚ ਹੋਰ ਵੀ ਅੱਗੇ ਅਪੀਲ ਕਰਨ ਦਾ ਬਦਲ ਬਾਕੀ ਹੋਏਗਾ। ਤਾਂ ਇਹਨਾਂ ਖਦਸ਼ਿਆਂ ਨੂੰ ਲੈ ਕੇ ਹੀ ਕਿਸਾਨਾਂ ਦੇ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਸਾਡੀਆਂ ਜ਼ਮੀਨਾਂ ਦਾ ਕੀ ਹੋਏਗਾ, ਅਸੀਂ ਦਿੱਕਤ ਦੇ ਵਿੱਚ ਆ ਜਾਾਂਗੇ, ਕਿਉਂਕਿ ਬਹੁਤ ਛੋਟੇ-ਛੋਟੇ ਕਿਸਾਨ ਨੇ ਪੰਜਾਬ ਦੇ ਵਿੱਚ। ਦੇਖੋ 70-80% 3 ਏਕੜ 4 ਏਕੜ 2 ਏਕੜ ਵਾਲੇ ਕਿਸਾਨ ਨੇ। ਇਹ ਸਭ ਤੋਂ ਵੱਡੀ ਟੈਨਸ਼ਨ ਵਾਲੀ ਗੱਲ ਵੀ ਹੈ ਕਿ ਆਖਿਰ ਉਹ ਕਿਸ ਤਰੀਕੇ ਦੇ ਨਾਲ ਕੰਟਰੈਕਟ ਫਾਰਮਿੰਗ ਦੀ ਗੱਲ ਕਰਨਗੇ, ਜਾਂ ਫਿਰ ਉਹ ਜਿਵੇਂ ਆਮ ਤੌਰ ਤੇ ਅਸੀਂ ਬੈਂਕ ਦੇ ਵਿੱਚ ਜਾਈਏ, ਬੈਂਕ ਦੇ ਵਿੱਚ ਖਾਤਾ ਖੁਲਾਉਣਾ ਹੋਵੇ ਜਾਂ ਕੋਈ ਵੀ ਕਿਸੇ ਜਗ੍ਹਾ ਤੇ ਅਸੀਂ ਜਾਈਏ ਤਾਂ ਉੱਥੇ ਸਾਨੂੰ ਪੂਰੇ 8 ਪੇਜਾਂ ਦੇ ਇੱਕ ਫਾਰਮ ਦੇ ਉੱਤੇ 6 ਜਗ੍ਹਾ ਸਾਈਨ ਲਗਾ ਕੇ 6 ਜਗ੍ਹਾ ਟਿਕ ਲਗਾ ਕੇ ਦੱਸ ਦਿੰਦੇ ਨੇ। 6 ਜਗ੍ਹਾ ਟਿਕ ਲਗਾ ਕੇ ਦੱਸ ਦਿੱਤਾ ਜਾਂਦਾ ਕਿ ਇੱਥੇ ਸਾਈਨ ਕਰ ਦਿਓ, ਅਸੀਂ ਸਾਈਨ ਕਰ ਦਿੰਨੇ ਆ। ਬਹੁਤ ਤਫਸੀਲ ਦੇ ਨਾਲ ਨਹੀਂ ਪੜਦੇ। ਇਹੀ ਖਦਸ਼ੇ ਜਤਾਏ ਜਾ ਰਹੇ ਨੇ ਕਿ ਜਿਹੜਾ ਕੰਟਰੈਕਟ ਹੋਏਗਾ ਬਕਾਇਦਾ ਕਈ ਪੇਜਾਂ ਦਾ ਹੋਏਗਾ, ਉਹ ਸਭ ਕੁਝ ਠੀਕ ਹੈ, ਪਰ ਕਿਸਾਨ ਕੀ ਵਾਕਈ ਉਸ ਨੂੰ ਸਮਝ ਪਾਏਗਾ, ਪੜ ਪਾਏਗਾ? ਉਹੀ ਸਾਈਨ ਕਰਕੇ ਦੇ ਦਿੱਤੇ ਜਾਣਗੇ ਭਰੋਸੇ ਦੇ ਵਿੱਚ ਤੇ ਬਾਅਦ ਦੇ ਵਿੱਚ ਦਿੱਕਤ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਤਾਂ ਇਸ ਕਿਸਾਨਾਂ ਦੇ ਖਦਸ਼ੇ ਨੇ ਜੋ ਕਹੇ ਜਾ ਰਹੇ ਨੇ ਕਿ ਦੂਰ ਕੀਤੇ ਜਾਣ ਤੇ ਇਹਨਾਂ ਬਿੱਲਾਂ ਦੇ ਵਿੱਚ ਇਹ ਸਾਰੀਆਂ ਤਜਵੀਜ਼ਾਂ ਨੂੰ ਹਟਾਇਆ ਜਾਵੇ। ਤੁਹਾਨੂੰ ਸੁਣਵਾਉਂਦੇ ਹਾਂ, ਸੁਖਬੀਰ ਸਿੰਘ ਬਾਦਲ ਆਪਣੇ ਕਾਫਲੇ ਨੂੰ ਲੈ ਕੇ ਅੱਗੇ ਵਧ ਰਹੇ ਨੇ, ਚੰਡੀਗੜ੍ਹ ਦਾ ਰੁਖ ਕਰ ਰਹੇ ਨੇ। ਚੰਡੀਗੜ੍ਹ ਆ ਕੇ ਮੈਮੋਰੈਂਡਮ ਸੌਂਪਣ ਦੀ ਕੋਸ਼ਿਸ਼ ਹੋਏਗੀ। ਮਾਰਚ ਕੱਢੇ ਜਾ ਰਹੇ ਨੇ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ, ਖੇਤੀ ਕਾਨੂੰਨਾਂ ਦੇ ਖਿਲਾਫ। ਸੁਖਬੀਰ ਸਿੰਘ ਬਾਦਲ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਨੇ। ਤੁਹਾਨੂੰ ਸੁਣਵਾਉਂਦੇ ਹਾਂ ਕਿ ਕੀ ਕੁਝ ਸੁਖਬੀਰ ਸਿੰਘ ਬਾਦਲ ਕਹਿੰਦੇ ਹੋਏ ਨਜ਼ਰ ਆ ਰਹੇ। ਸੁਖਬੀਰ ਸਿੰਘ ਬਾਦਲ ਮੇਰੇ ਨਾਲ ਨੇ, ਉਹਨਾਂ ਤੋਂ ਸਭ ਤੋਂ ਪਹਿਲਾਂ ਮੈਂ ਇਹ ਜਾਣਨ ਦੀ ਕੋਸ਼ਿਸ਼ ਕਰਦਾ ਕਿ ਤਿੰਨਾਂ ਤਖਤਾਂ ਤੋਂ ਹੀ ਮਾਰਚ ਕਿਉਂ, ਇਹਦੇ ਰਾਹੀਂ ਅਕਾਲੀ ਦਲ ਕੀ ਸੁਨੇਹਾ ਦੇਣਾ ਚਾਹੁੰਦਾ? ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਅਸੀਂ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰਦੇ ਹਾਂ। ਆ ਇੱਕ ਵੱਡੀ ਜੰਗ ਹੈ, ਸੋ ਤਿੰਨੇ ਤਖਤ ਸਭਾਨ ਤੋਂ ਆਸ਼ੀਰਵਾਦ ਲੈ ਕੇ ਸਾਡੇ ਵਰਕਰ ਕਿਸਾਨ ਸਾਰੇ ਮਾਰਚ ਹਿੱਸਾ ਲੈ ਰਹੇ ਆ। ਤੁਸੀਂ ਦੇਖਿਆ ਹੋਣਾ ਕਿ ਹਜ਼ਾਰਾਂ ਗੱਡੀਆਂ ਦੇ ਵਿੱਚ ਮਾਰਚ ਚੱਲ ਰਿਹਾ ਤੇ ਤਕਰੀਬਨ ਮੈਨੂੰ ਲੱਗਦਾ ਆਪਾਂ 15-20 ਕਿਲੋਮੀਟਰ ਮਸਾਂ ਆਏ ਹੋਣੇ ਆ ਤੇ 2.5 ਘੰਟੇ ਲੱਗੇ ਆ। ਸੀ ਪੰਜਾਬ ਦੇ ਕਿਸਾਨਾਂ ਦੀ ਆਵਾਜ਼, ਦੇਸ਼ ਦੇ ਕਿਸਾਨਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ ਤੇ ਅੱਜ ਦੀ ਮਾਰਚ ਦਾ ਮੈਸੇਜ ਦਿੱਲੀ ਜਾਊਗਾ। ਪਤਾ ਲੱਗੂਗਾ ਕਿਵੇਂ ਪੰਜਾਬ ਦੇ ਕਿਸਾਨ ਇਕਜੁੱਟ ਹੋ ਕੇ ਇਕੱਠੇ ਸੰਘਰਸ਼ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਪਰ ਸੁਖਬੀਰ ਜੀ, ਜਿਹੜੇ ਲੋਕ ਟਰੈਕਟਰ ਸਾੜ ਰਹੇ ਨੇ, ਜਿਹੜੇ ਇਹ ਦਾਅਵਾ ਕਰ ਰਹੇ ਆ ਕਿ ਅਸੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਆ, ਉਹ ਕੌਣ ਲੋਕ ਨੇ? ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਸੀ ਮੈਂ ਤੂੰ ਮੈਂ ਚ ਪੈਣਾ ਨਹੀਂ ਚਾਹੁੰਦਾ। ਮੈਂ ਤਾਂ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਇਕੱਠੇ ਹੋ ਕੇ ਆਪਾਂ ਸੰਘਰਸ਼ ਕਰੀਏ, ਨਿਸ਼ਾਨਾ ਇੱਕ ਰੱਖੀਏ, ਆਪਾਂ ਇੱਕ ਦੂਜੇ ਉੱਤੇ ਨਾ ਛਿੱਟੀਏ। ਆਪਣਾ ਨਿਸ਼ਾਨਾ ਹੈ ਕਿ ਮੋਦੀ ਸਰਕਾਰ ਵਾਪਸ ਕਾਨੂੰਨ ਲੈ ਤੇ ਸਾਰੇ ਕਿਸਾਨਾਂ ਦਾ ਹੱਕ ਵਾਪਸ ਦੇ। ਜਿੱਥੇ ਅਕਾਲੀ ਦਲ ਮਾਰਚ ਕਰ ਰਿਹਾ, ਤੁਸੀਂ ਹਮੇਸ਼ਾ ਇਹ ਦਾਅਵਾ ਕਰਦੇ ਹੋ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਕਿਸਾਨ ਹਿਤੈਸ਼ੀ ਹੈ, ਪਰ ਤੁਹਾਨੂੰ ਕਿਸਾਨਾਂ ਦੇ ਕਰਕੇ ਅਲਾਇੰਸ ਤੱਕ ਤੋੜਨਾ ਪੈ ਗਿਆ, ਔਰ ਜਿਹੜਾ ਅਲਾਇੰਸ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਉਹ ਅੱਜ ਕੱਲ ਤਿੱਖੀ ਬਿਆਨਬਾਜ਼ੀ ਤੁਹਾਡੇ ਖਿਲਾਫ ਕਰ ਰਹੇ ਨੇ, ਤੁਸੀਂ ਉਹਨਾਂ ਬਾਰੇ ਕਰ ਰਹੇ ਹੋ। ਅਸੀਂ ਸਾਡੀ ਸਾਰਾ ਕੁਝ ਜ਼ਿੰਦਗੀ ਅਕਾਲੀ ਦਲ ਦੀ
ਕਿਸਾਨੀ ਪ੍ਰਤੀ ਹੈ, ਪੰਜਾਬੀਆਂ ਪ੍ਰਤੀ ਹੈ। ਕੋਈ ਗਰੀਬ ਕਿਸਾਨ ਕਿਸੇ ਦੀ ਲੜਾਈ ਹੋਏ ਸ਼੍ਰੋਮਣੀ ਅਕਾਲੀ ਦਲ ਲੜਦਾ। ਪਰ ਅੱਜ ਜਿੱਥੇ ਤੁਹਾਡੇ ਵੱਲੋਂ ਮਾਰਚ ਕੱਢੇ ਜਾ ਰਹੇ ਨੇ ਉੱਥੇ ਹੀ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ। ਉਹ ਕਿਹੜੇ ਕਿਸਾਨ ਨੇ ਔਰ ਜਿਹੜੇ ਤੁਹਾਡੇ ਨਾਲ ਨੇ ਉਹ ਕਿਹੜੇ ਕਿਸਾਨ ਨੇ? ਅਸੀਂ ਸਾਰੇ ਆਪਾਂ ਕਿਸਾਨ ਹੈ, ਰੇਲ ਰੋਕੋ ਵਾਲੇ ਵੀ ਕਿਸਾਨ ਹੈ, ਅਸੀਂ ਵੀ ਕਿਸਾਨ ਹੈ। ਮੈਂ ਵੀ ਬੇਨਤੀ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ। ਤੁਸੀਂ ਜਿਹੜਾ ਅੱਜ ਨਾਰਾ ਦਿੱਤਾ ਕਿ ਇੱਕੋ ਨਾਰਾ ਕਿਸਾਨ ਪਿਆਰਾ, ਤਾਂ ਬੀਜੇਪੀ ਜਿਹੜੇ ਤੁਹਾਡੇ ਭਾਈਵਾਲ ਰਹੇ ਨੇ ਉਹਨਾਂ ਦਾ ਕਹਿਣਾ ਕਿ ਜੇਕਰ ਕਿਸਾਨ ਇੰਨਾ ਹੀ ਪਿਆਰਾ ਸੀ ਤਾਂ ਜਦੋਂ ਆਰਡੀਨੈਂਸ ਲਿਆਂਦੇ ਗਏ ਉਦੋਂ ਅਸਤੀਫਾ ਕਿਉਂ ਨਹੀਂ ਦਿੱਤਾ? ਉਦੋਂ ਅਸੀਂ ਉੱਥੇ ਲਿਖਤ ਵਿਰੋਧ ਕੀਤਾ। ਉਦੋਂ ਸਾਨੂੰ ਕਿਹਾ ਗਿਆ ਸੀ ਕਿ ਜੋ ਤੁਸੀਂ ਕਹੋਗੇ ਅਸੀਂ ਜੋ ਐਕਟ ਆਊਗਾ ਪਾਇਆ ਜਾਊਗਾ। ਸਾਡੀ ਸੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗੱਲ ਨਹੀਂ ਸੁਣੀ। ਜਦੋਂ ਨਹੀਂ ਸੁਣੀ ਤੇ ਫਿਰ ਅਸੀਂ ਅਸਤੀਫਾ ਦੇ ਦਿੱਤਾ। ਅੱਜ ਜਿਸ ਤਰ੍ਹਾਂ ਮਾਰਚ ਦੇ ਵਿੱਚ ਅਸੀਂ ਦੇਖ ਰਹੇ ਹਾਂ ਸਵੇਰ ਤੋਂ ਕਿ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ, ਜਿਸ ਤਰ੍ਹਾਂ ਅੱਗੇ ਵਧ ਰਿਹਾ ਕਾਫਲਾ, ਤਾਂ ਇਹ ਕਾਫਲਾ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ। ਕਿ ਇਹ ਜਿਹੜਾ ਅੰਦੋਲਨ ਹੈ ਜਾਂ ਜਿਹੜੇ ਹੱਕ ਦੀ ਆਵਾਜ਼ ਹੈ ਅੱਜ ਤੱਕ ਹੀ ਸੀਮਿਤ ਰਹਿ ਗਈ ਆ? ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕੋਈ ਹੋਰ ਪ੍ਰੋਗਰਾਮ ਲਈ ਅੱਗੇ ਮੀਟਿੰਗ ਕਰਕੇ ਅਸੀਂ ਚਾਹਾਂਗੇ ਕਿ ਸਾਰੇ ਗਰੁੱਪ ਸਾਰੇ ਜਥੇਬੰਦੀ ਇਕੱਠੀ ਹੋ ਕੇ ਪੈਣ ਕਰਨ। ਅਸੀਂ ਸਾਡੀ ਵੀ ਕੋਸ਼ਿਸ਼ ਹੋਊਗੀ ਸਾਰੇ ਇਕੱਠੇ ਕਰੀਏ। ਆਖਰੀ ਸਵਾਲ, ਰਾਹੁਲ ਗਾਂਧੀ ਵੀ ਪੰਜਾਬ ਆ ਰਹੇ ਨੇ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਜਾ ਰਹੇ ਨੇ। ਉਹਨੂੰ ਰਾਹੁਲ ਗਾਂਧੀ ਨੇ ਤਾਂ ਆਪਣੇ ਚੋਣ ਪੱਤਰ ਲਿਖਿਆ ਸੀ ਕਿ ਮੰਡੀਆਂ ਬੰਦ ਕਰਾਂਗੇ। ਧੰਨਵਾਦ। ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਸਾਫ਼ ਕੀਤਾ ਜਾ ਰਿਹਾ ਕਿ ਅਸੀਂ ਤਾਂ ਧਰਨੇ ਪ੍ਰਦਰਸ਼ਨ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਰ ਰਹੇ ਨੇ ਤੇ ਕਿਸਾਨਾਂ ਦਾ ਵੀ ਸਾਥ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਮਾਰਚ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਸ਼ੁਰੂਆਤ ਹੋਈ ਹੈ ਅਨੰਦਪੁਰ ਸਾਹਿਬ ਤੋਂ। ਉਸ ਦੀ ਅਗਵਾਈ ਕਰ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਚੀਮਾ। ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਰੋਹਿਤ ਬੰਸਲ ਨੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਮੇਨ ਰੋਸ ਮਾਰਚ ਦਾ ਕੀ ਪੂਰਾ ਰੂਪਰੇਖ ਰਹੇਗੀ? ਅੱਜ ਪੰਜਾਬ ਭਰ ਦੇ ਵਿੱਚ 3 ਤਖਤ ਸਾਹਿਬਾਨਾਂ ਤੋਂ ਜਾਹੋ ਜਲਾਲ ਨਾਲ ਰੋਸ ਨਾਲ ਰੋਹ ਨਾਲ ਜਿਹੜੇ ਕਿਸਾਨ ਮਾਰਚ ਸ਼ੁਰੂ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਹੇਠ, ਇਹ ਮੈਂ ਸਮਝਦਾ ਹਿੰਦੁਸਤਾਨ ਦੀ ਰਾਜਨੀਤੀ ਇੱਕ ਨਵਾਂ ਨੀਂਹ ਪੱਥਰ ਰੱਖਣਗੇ, ਨਵੀਂ ਸ਼ੁਰੂਆਤ ਕਰਨਗੇ, ਸਾਫਬੰਦੀ ਕਰਨਗੇ। ਕਿਸਾਨਾਂ ਦਾ ਸੰਘਰਸ਼ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹਨੂੰ ਜਿੱਥੇ ਸ਼ਕਤੀ ਦੇਣਗੇ, ਹੁਲਾਰਾ ਦੇਣਗੇ, ਉੱਥੇ ਸੂਬਿਆਂ ਦੇ ਵੱਧ ਅਧਿਕਾਰ ਔਰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਦਖਲ-ਅੰਦਾਜ਼ੀ ਦੇ ਵਿਰੁੱਧ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨਗੇ। ਔਰ ਸ਼੍ਰੋਮਣੀ ਅਕਾਲੀ ਦਲ ਇਹ ਰੋਸ ਮਾਰਚ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨੂੰ ਦੇਖ ਕੇ, ਪੰਜਾਬੀਆਂ ਦੇ ਜਜ਼ਬਾਤਾਂ ਨੂੰ ਦੇਖ ਕੇ ਦੇਸ਼ ਦੇ ਵਿੱਚ ਨਵੀਂ ਸਾਫਬੰਦੀ ਨੂੰ ਲਾਮਬੰਦ ਕਰੇਗਾ ਔਰ ਕਿਸਾਨ ਸੰਘਰਸ਼ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਉਹਨੂੰ ਪੂਰਾ ਸਹਿਯੋਗ ਤੇ ਮਿਲਵਰਤਨ ਦੇਵੇਗਾ। ਸਰ, ਵਿਰੋਧੀ ਧਿਰਾਂ ਕਹਿ ਰਹੀਆਂ ਕਿ ਅਕਸਰ ਜੋ ਮਾਰਚ ਨੇ ਉਹ ਤਖਤਾਂ ਵੱਲ ਨੂੰ ਕੱਢੇ ਜਾਂਦੇ ਨੇ, ਤਖਤ ਤੋਂ ਕਦੇ ਚੰਡੀਗੜ੍ਹ ਵੱਲ ਨੂੰ ਨਹੀਂ ਕੱਢੇ ਜਾਂਦੇ। ਦੇਖੋ, ਅਸੀਂ ਗੁਰੂ ਤੋਂ ਹਮੇਸ਼ਾ ਆਸ਼ੀਰਵਾਦ ਲੈ ਕੇ, ਹਮੇਸ਼ਾ ਜਦੋਂ ਸੰਘਰਸ਼ ਹੋਏ ਨੇ ਗੁਰੂ ਤੋਂ ਆਸ਼ੀਰਵਾਦ ਲੈ ਕੇ ਹੋਏ ਨੇ। ਇਹ ਵਿਰੋਧੀ ਧਿਰ ਵਾਲਿਆਂ ਨੂੰ ਜਦੋਂ ਪਤਾ ਨਹੀਂ ਹੈ ਜਾਂ ਸਾਡੀ ਮਰਿਆਦਾ ਦਾ ਨਹੀਂ ਪਤਾ, ਹਮੇਸ਼ਾ ਗੁਰੂ ਤੋਂ ਸ਼ਕਤੀ ਲੈ ਕੇ ਤੁਰੀਦਾ, ਨਾ ਕਿ ਮਤਲਬ ਕਿਸੇ ਹੋਰ ਪਾਸੇ ਉਧਰ ਤੁਰੀਦਾ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਕੋਈ ਵੀ ਪਾਰਟੀ ਐਂਟਰ ਹੁੰਦੀ ਹੈ ਤਾਂ ਉੱਥੇ ਰੋਕ ਦਿੱਤਾ ਜਾਂਦਾ ਹੈ ਕਿ ਇਹ ਅਕਾਲੀ ਦਲ ਦੀ ਤਿਆਰੀ ਹੈ ਕਿ ਜੇ ਰੋਕਿਆ ਜਾਂਦਾ ਤਾਂ ਕਿਸ ਤਰ੍ਹਾਂ ਅਕਾਲੀ ਦਲ? ਅਸੀਂ ਤਾਂ ਚੰਡੀਗੜ੍ਹ ਦਾ ਘਿਰਾਓ ਕਰਨਾ ਚਾਰੇ ਪਾਸੇ ਦੇ, ਜਿਹੜਾ ਕੇਂਦਰ ਦਾ ਨੁਮਾਇੰਦਾ ਰਾਜਪਾਲ ਆ ਅਸੀਂ ਉਹਨੂੰ ਜਾ ਕੇ ਪੰਜਾਬੀਆਂ ਦੀ ਆਵਾਜ਼ ਦੱਸਣੀ ਆ ਤੇ ਚਾਰੇ ਪਾਸੇ ਤੋਂ ਚੰਡੀਗੜ੍ਹ ਨੂੰ ਘੇਰਾ ਪਾਉਣਾ। ਤੁਸੀਂ ਅਨੰਦਪੁਰ ਤੋਂ ਸਾਂਸਦ ਰਹੇ ਹੋ, ਕੀ ਤੁਹਾਨੂੰ ਲੱਗਦਾ ਕਿ ਜੋ ਕਾਨੂੰਨ ਲੋਕ ਸਭਾ ਔਰ ਰਾਜ ਸਭਾ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਬਿੱਲ ਜੋ ਕਾਨੂੰਨ ਬਣ ਚੁੱਕਿਆ ਉਸ ਕਾਨੂੰਨ ਨੂੰ ਰੱਦ ਕੀਤਾ ਜਾ ਸਕਦਾ? ਦੇਖੋ, ਨਵੇਂ ਹਾਲਾਤ, ਨਵੀਆਂ ਸਾਫਬੰਦੀਆਂ, ਨਵੇਂ ਮਸਲੇ ਸਾਹਮਣੇ ਆਉਣੇ ਆ ਔਰ ਇਹ ਇੱਕ ਨਵੇਂ ਹਿੰਦੁਸਤਾਨ ਦੇ ਵਿੱਚ ਜਾਗਰਤੀ ਪੈਦਾ ਕਰਨੀ ਆ। ਕੇਵਲ ਕਿਸਾਨ ਦਾ ਤੇ ਖੇਤ ਮਜ਼ਦੂਰ ਦਾ ਹੀ ਮਸਲਾ ਨਹੀਂ ਰਿਹਾ, ਹੁਣ ਪੰਜਾਬੀਆਂ ਦਾ ਔਰ ਸੂਬਿਆਂ ਦੇ ਵੱਧ ਅਧਿਕਾਰਾਂ ਦਾ। ਅਕਾਲੀ ਦਲ ਨੂੰ ਜੇ ਕੱਲ੍ਹ ਨੂੰ ਦਿੱਲੀ ਪਹੁੰਚਣਾ ਪਿਆ ਤਾਂ ਤਿਆਰ ਹੈ? ਸ਼੍ਰੋਮਣੀ ਅਕਾਲੀ ਦਲ ਇਸ ਮਾਰਚ ਦੀ ਸਫਲਤਾ ਤੋਂ ਬਾਅਦ ਨਵਾਂ ਪ੍ਰੋਗਰਾਮ ਲਿਖੇਗਾ ਤੇ ਉਸ ਤੋਂ ਬਾਅਦ ਨਵਾਂ ਪ੍ਰੋਗਰਾਮ ਦਿੱਤਾ ਜਾਏਗਾ। ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਸ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲਿਆ, ਨਵੇਂ ਹਾਲਾਤ ਬਣੇ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਖਿਲਾਫ ਜਿਸ ਤਰੀਕੇ ਨਾਲ ਕਾਨੂੰਨ ਆਏ ਨੇ, ਇਹ ਦਾਅਵਾ ਅਕਾਲੀ ਦਲ ਦੇ ਵੱਲੋਂ ਕੀਤਾ ਜਾ ਰਿਹਾ। ਹਾਲਾਂਕਿ ਬੀਜੇਪੀ ਇਸ ਨੂੰ ਕਿਸਾਨਾਂ ਦੇ ਹਿਤੈਸ਼ੀ ਲਗਾਤਾਰ ਦੱਸ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਅਕਾਲੀ ਦਲ ਨੇ ਮੋਰਚਾ ਖੋਲਿਆ ਕਿਸਾਨਾਂ ਦੇ ਮੁੱਦੇ ਉੱਤੇ। ਅਕਾਲੀ ਦਲ ਨੂੰ ਵਿਰੋਧੀ ਵੀ ਘੇਰ ਰਹੇ ਨੇ, ਪਰ ਇਸ ਵਿਚਾਲੇ ਅਕਾਲੀ ਦਲ ਦੇ ਨਿਸ਼ਾਨੇ ਉੱਤੇ ਇਸ ਸਮੇਂ ਕੇਂਦਰ ਦੀ ਸਰਕਾਰ ਹੈ, ਖੇਤੀਬਾੜੀ ਦੇ ਨਵੇਂ ਕਾਨੂੰਨ ਨੇ ਤੇ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਹੈ। ਦਲਜੀਤ ਚੀਮਾ ਵੀ ਇਸ ਮਾਰਚ ਦੇ ਵਿੱਚ ਸ਼ਾਮਲ ਨੇ ਜੋ ਕਿ ਅਨੰਦਪੁਰ ਸਾਹਿਬ ਤੋਂ ਜਿਸ ਦੀ ਸ਼ੁਰੂਆਤ ਹੋਈ ਹੈ
ਤੇ ਦਲਜੀਤ ਚੀਮਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਰੋਹਿਤ ਬੰਸਲ ਨੇ, ਤੁਹਾਨੂੰ ਉਹ ਵੀ ਸੁਣਾਉਂਦੇ ਕਿ ਟਰੈਕਟਰ ਜਿਹੜਾ ਹੈਗਾ ਇਹ ਖੇਤੀ ਦਾ ਪ੍ਰਤੀਕ ਹੈ, ਇੱਕ ਸਿੰਬਲ ਹੈ। ਇਸ ਲਈ ਸ਼ੁਰੂਆਤ ਜਿਹੜੀ ਹੈ ਟਰੈਕਟਰ ਦੇ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਟਰੈਕਟਰ ਦੀ ਗੱਲ ਹੁੰਦੀ ਹੈ, ਹਲ ਦੀ ਗੱਲ ਹੁੰਦੀ ਹੈ, ਪੰਜਾਲੀ ਦੀ ਗੱਲ ਹੁੰਦੀ ਹੈ, ਗੱਡੇ ਦੀ ਗੱਲ ਹੁੰਦੀ ਹੈ, ਇਹ ਸਾਰੀਆਂ ਖੇਤੀ ਦਾ ਦਿਲ ਹੈ। ਸਰ ਮੈਂ ਗੱਲ ਕਰਾਂ, ਕਿਸਾਨ ਕਿਤੇ ਨਾ ਕਿਤੇ ਪਹਿਲਾਂ ਬਲਦਾਂ ਨੂੰ ਆਪਣਾ ਪੁੱਤ ਕਹਿੰਦਾ ਸੀ, ਉਸ ਤੋਂ ਬਾਅਦ ਤਕਨੀਕ ਬਦਲੀ, ਟਰੈਕਟਰ ਆਏ, ਟਰੈਕਟਰਾਂ ਨੂੰ ਆਪਣਾ ਪੁੱਤ ਕਹਿਣ ਲੱਗਿਆ, ਪਰ ਕਾਂਗਰਸ ਵੱਲੋਂ ਇਹੀ ਟਰੈਕਟਰ ਨੇ ਜੋ ਸਾੜੇ ਜਾ ਰਹੇ ਨੇ। ਦੇਖੋ ਹਮੇਸ਼ਾ ਹੀ ਜਿਹੜਾ ਵੀ ਤੁਹਾਡਾ ਕੋਈ ਸੰਦ ਹੁੰਦਾ ਉਹਦੀ ਪੂਜਾ ਕੀਤੀ ਜਾਂਦੀ। ਇਹ ਖੇਤੀ ਦਾ ਬਹੁਤ ਇੱਕ ਜਿਹੜਾ ਕਿਸਾਨ ਦੇ ਹਿੱਤ ਦੇ ਕਰੀਬ ਦਾ ਸੰਦ ਹੈ। ਕਦੀ ਵੀ ਸੰਦ ਨੂੰ ਸਾੜਨਾ, ਕੋਈ ਵੀ ਕਾਰੀਗਰ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਕੰਮ ਕਰਦਾ, ਉਹ ਹਮੇਸ਼ਾ ਪਹਿਲਾਂ ਆਪਣੇ ਸੰਦਾਂ ਦੀ ਪੂਜਾ ਕਰਦਾ, ਕਿਉਂਕਿ ਰੋਟੀ ਰੋਜੀ ਸਾਨੂੰ ਇਹੀ ਸੰਦ ਹੀ ਜਿਹੜੇ ਹੈ ਇਹ ਦਿੰਦੇ ਆ। ਇਸ ਕਰਕੇ ਮਾੜੀ ਬਿਰਤੀ ਹੈ ਇਹ। ਐਵੇਂ ਕਈ ਵਾਰੀ ਆਪਾਂ ਫੋਟੋਆਂ ਬਣਾਉਣ ਵਾਸਤੇ, ਇਹੋ ਜਿਹੇ ਕੰਮਾਂ ਵਾਸਤੇ ਇਦਾਂ ਦੇ ਕੰਮ ਕਰ ਲੈਂਦੇ ਆ, ਪਰ ਇਹਦੇ ਨਾਲ ਕੋਈ ਚੰਗਾ ਸੰਕੇਤ ਨਹੀਂ ਜਾਂਦਾ। ਜਿਹੜੀ ਨਵੀਂ ਪੀੜ੍ਹੀ ਨੂੰ ਮਿਹਨਤ ਕਰਨ ਵਾਸਤੇ, ਮਿਹਨਤ ਨਾਲ ਚੀਜ਼ਾਂ ਬਣਾਉਣ ਵਾਸਤੇ ਆਪਾਂ ਸੰਦੇਸ਼ ਦੇਣਾ, ਨਾ ਕਿ ਸਾੜਨ ਵਾਸਤੇ ਕਿ ਜੋ ਕੁਝ ਤੁਹਾਡੇ ਕੋਲ ਹੈ ਅੱਗੇ ਤੁਸੀਂ ਕ੍ਰਾਈਸਿਸ ਹੋ ਤੇ ਨਾਲ ਤੁਸੀਂ ਆਪਣੇ ਟਰੈਕਟਰ ਨੂੰ ਅੱਗ ਲਾਓ। ਨੈਗੇਟਿਵਿਟੀ ਨਹੀਂ ਫੈਲਾਉਣੀ ਚਾਹੀਦੀ। ਇੱਕ ਚੰਗਾ ਸੰਦੇਸ਼, ਭਾਵੇਂ ਤੁਸੀਂ ਐਜੀਟੇਸ਼ਨ ਹੀ ਕਰ ਰਹੇ ਹੋ, ਉਹਦੇ 'ਚੋਂ ਵੀ ਇੱਕ ਚੰਗਾ ਸੰਦੇਸ਼ ਹੀ ਜਾਣਾ ਚਾਹੀਦਾ। ਅੱਜ ਤਿੰਨਾਂ ਤਖਤਾਂ ਤੋਂ ਅਕਾਲੀ ਦਲ ਆਪਣੀ ਯਾਤਰਾ ਸ਼ੁਰੂ ਕਰਨ ਜਾ ਰਿਹਾ ਹੈਗਾ। ਇਸ ਵਕਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਤੁਸੀਂ ਅਗਵਾਈ ਕਰ ਰਹੇ ਹੋ, ਉਧਰੋਂ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਜੀ ਕਰ ਰਹੇ ਨੇ, ਤਾਂ ਕੀ ਮੇਨ ਮੰਗਾਂ ਹੋਣਗੀਆਂ ਜੋ ਰਾਜਪਾਲ ਨੂੰ ਸੌਂਪੀਆਂ ਜਾਣਗੀਆਂ? ਦੇਖੋ ਮੇਨ ਜਿਹੜੀਆਂ ਮੰਗਾਂ ਹੁਣ ਦੋ ਹੀ ਰਹਿ ਗਈਆਂ ਕਿ ਇੱਕ ਤਾਂ ਦੋਨੇ ਸੈਸ਼ਨ ਪਾਰਲੀਮੈਂਟ ਦੇ, ਲੋਕ ਸਭਾ ਤੇ ਰਾਜ ਸਭਾ ਦੁਬਾਰਾ ਬੁਲਾ ਕੇ ਇਹਨਾਂ ਬਿੱਲਾਂ ਤੇ ਫਿਰ ਵਿਚਾਰ ਕਰੋ। ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਇਹ ਬਿੱਲ ਪਾਸ ਹੋ। ਦੂਜੀ ਇਹ ਹੈ ਕਿ ਜਿਹੜਾ JNK ਦੇ ਵਿੱਚ ਪੰਜਾਬੀ ਨੂੰ ਜਿਹੜੀ ਹੈ, ਪੰਜਾਬੀ ਮਾਂ ਬੋਲੀ ਨੂੰ ਸਰਕਾਰੀ ਭਾਸ਼ਾ ਤੋਂ ਬਾਅਦ ਰੱਖਿਆ ਗਿਆ, ਬੜੀ ਵੱਡੀ ਬੇਇਨਸਾਫੀ। ਸਾਰੇ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਉਹਦੇ ਨਾਲ ਜਿਹੜੇ ਹੈ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਮਨ ਨੂੰ ਚੋਟ ਲੱਗੀ ਆ, ਉਹ ਵੀ ਉਹਦੇ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ 'ਚ ਸ਼ਾਮਲ ਕਰਾਓ। ਇਹ ਕੰਮ ਤਾਂ ਹੀ ਹੋ ਸਕਦੇ ਆ ਪਾਰਲੀਮੈਂਟ ਦੇ ਵਿੱਚ ਦੁਬਾਰਾ ਬੈਠੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰਿਆਂ ਦੇ ਵਿਚਾਰ ਲਏ ਜਾਣ, ਸਾਰੀ ਗੱਲ ਨੂੰ ਸਮਝਿਆ ਜਾਵੇ ਤੇ ਫਿਰ ਜਾ ਕੇ ਕਿਸਾਨਾਂ ਦੀ ਸਮੱਸਿਆ ਹੱਲ ਹੋ ਸਕੇ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਦੁਬਾਰਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਏਗਾ, ਅਕਾਲੀ ਦਲ ਇਸ ਸੈਸ਼ਨ ਲਈ ਤਿਆਰ ਹੈ? ਦੇਖੋ ਪਹਿਲਾਂ ਤਾਂ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੀ ਮਾਫੀ ਮੰਗ ਕੇ ਅਸਤੀਫਾ ਦੇ ਦੇਣ। ਜਿਹੜਾ ਪਿੱਛੇ ਉਹਨਾਂ ਨੇ ਫਰਾਡ ਕੀਤਾ ਹੈ ਕਿ ਕਿਸਾਨੀ ਵਾਸਤੇ ਸਪੈਸ਼ਲ ਸੈਸ਼ਨ ਸੱਦ ਕੇ ਰੈਜੂਲੇਸ਼ਨ ਕਰਾ ਲਿਆ ਤੇ ਬਾਅਦ 'ਚ ਰੈਜੂਲੇਸ਼ਨ ਆਪ ਦੱਬ ਲਿਆ, ਇਹ ਬਹੁਤ ਵੱਡਾ ਧਰੋਹ ਹੋਇਆ। ਪਹਿਲਾਂ ਤਾਂ ਸੈਸ਼ਨ ਬੁਲਾ ਕੇ ਮਾਫੀ ਮੰਗੋ, ਫਿਰ ਫਾਇਦਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਇਹ ਸਨ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ, ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਸੈਸ਼ਨ ਬੁਲਾਉਣ ਤੋਂ ਪਹਿਲਾਂ ਮਾਫੀ ਮੰਗੇ, ਕਿਉਂਕਿ ਜੋ ਉਹਨਾਂ ਨੇ ਪਹਿਲਾਂ ਰੈਜ਼ੋਲੂਸ਼ਨ ਪਾਸ ਕੀਤਾ ਸੀ ਉਹ ਕੇਂਦਰ ਸਰਕਾਰ ਤੱਕ ਭੇਜਿਆ ਹੀ ਨਹੀਂ, ਜਿਸ ਦੇ ਕਾਰਨ ਕੇਂਦਰ ਵੱਲੋਂ ਇਹ ਬਿੱਲ ਪੇਸ਼ ਕੀਤੇ ਗਏ ਔਰ ਪਾਸ ਕਰ ਦਿੱਤੇ ਗਏ। ਕੈਮਰਾਮੈਨ ਸੰਦੀਪ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਸ਼੍ਰੀ ਅਨੰਦਪੁਰ ਸਾਹਿਬ। ਅਕਾਲੀ ਦਲ ਦੇ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਤਿੰਨ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਪਾਸੇ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੇ ਤਲਵੰਡੀ ਸਾਬੋ ਤੋਂ ਆਗਾਜ਼ ਕੀਤਾ, ਉਹ ਖੁਦ ਉੱਥੋਂ ਕਮਾਨ ਸੰਭਾਲ ਰਹੇ ਨੇ। ਸਾਬਕਾ ਕੇਂਦਰੀ ਮੰਤਰੀ ਨੇ। ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਣ ਦਾ ਦਾਅਵਾ ਤੇ ਨਾਲ ਹੀ ਇਸ ਮੁੱਦੇ ਦੇ ਉੱਤੇ ਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ੀਰੀ ਛੱਡੀ, ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰਾਲਾ ਛੱਡਿਆ। ਤੇ ਉਸ ਤੋਂ ਬਾਅਦ ਦੂਜੀ ਤਸਵੀਰ ਸੁਖਬੀਰ ਸਿੰਘ ਬਾਦਲ, ਜੋ ਕਿ ਤਖਤ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਦਾ ਕਾਫਲਾ ਰਵਾਨਾ ਹੋਇਆ, ਚੰਡੀਗੜ੍ਹ ਦੇ ਵੱਲ ਕੂਚ ਕਰ ਰਹੇ ਨੇ। ਤੇ ਤੀਜੀ ਤਸਵੀਰ ਦਲਜੀਤ ਚੀਮਾ ਤੁਹਾਨੂੰ ਦਿਖਾ ਰਹੇ ਹਾਂ। ਅਨੰਦਪੁਰ ਸਾਹਿਬ ਤੋਂ ਦਲਜੀਤ ਚੀਮਾ ਤੇ ਚੰਦੂ ਮਾਜਰਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦਾ ਇਹ ਮਾਰਚ ਅੱਗੇ ਵਧ ਰਿਹਾ, ਇਹ ਵੀ ਚੰਡੀਗੜ੍ਹ ਦੇ ਵੱਲ। ਤਿੰਨੇ ਜਿਹੜੇ ਮਾਰਚ ਨੇ ਚੰਡੀਗੜ੍ਹ ਦੇ ਵੱਲ ਵਧ ਰਹੇ ਨੇ ਤੇ ਮੁੱਦਾ ਬੇਸ਼ੱਕ ਕੇਂਦਰ ਦੀ ਸਰਕਾਰ ਦਾ, ਪਰ ਚੰਡੀਗੜ੍ਹ ਤੱਕ ਇਹ ਮਾਰਚ ਕੱਢ ਕੇ ਕੇਂਦਰ ਦੀ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਅਕਾਲੀ ਦਲ ਕਰ ਰਿਹਾ ਕਿ ਇਸ ਮੁੱਦੇ ਦੇ ਉੱਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਕਿਸਾਨਾਂ ਦੇ ਨਾਲ ਖੜੇ ਹਾਂ ਤੇ ਕੇਂਦਰ ਦੀ ਸਰਕਾਰ ਨੂੰ ਘੇਰਾਂਗੇ। ਅਕਾਲੀ ਦਲ ਦੇ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਇਸ ਮੁੱਦੇ ਦੇ ਉੱਤੇ ਕੇਂਦਰ ਦੇ ਨਾਲ ਅਸੀਂ ਦੋ ਹੱਥ ਕਰਨ ਦੇ ਲਈ ਪੂਰੇ ਤਿਆਰ ਹਾਂ। ਇਹ ਤਸਵੀਰਾਂ, ਇਹ ਅਪਡੇਟ ਅੱਗੇ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਫੌਰਨ ਹਾਜ਼ਰ ਹੋਵਾਂਗੇ।